ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ। ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਸਿਆਸੀ ਖਬਰਾਂ ਨੂੰ ਲੈ ਕੇ, ਕੀ ਕੁਝ ਚੱਲ ਰਿਹਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਕਿਸ ਤਰ੍ਹਾਂ ਦਾ ਮਾਹੌਲ ਹੈ ਉਹ ਨਜ਼ਰ ਆ ਰਿਹਾ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ सीएम चेहरे की। कांग्रेस पार्टी का सीएम चेहरा कौन हो सकता है? जिहड़ा सर्वे करवाया जा रहा सब तो उत्ते किसका नाम चल रहा है, क्योंकि बाकी पार्टियां दे वल्लों जिहड़ा सीएम चेहरे का ऐलान किया जाना सी वो किया जा चुका है। तो हुण नज़रां कांग्रेस पार्टी ते ही टिकियां हुईयां ने। तो सीएम चेहरा कौन हो सकता है कांग्रेस पार्टी दे विच, किसका नाम उपर चल रहा है, इस ते चर्चा करांगे। ते नाल ही गल करांगे मुहम्मद मुस्तफा दी। वो अपने विवादित बयानों को लैके अक्सर ही विवादों में घिरे रहते हैं। तो एक बार फिर तो उन्होंने वालों श्री गुरु ग्रंथ साहब जी को लैके एक विवादित टिप्पणी की गई है, जिसनों लैके हुण वो विवादों के विच नज़र आ रहे हैं। उस पर भी चर्चा करांगे। तो नाल ही गल करांगे बिक्रम मजीठिया दी। मजीठिया के वलों केवल अमृतसर इस तो ही चोण लड़न का ऑफिशियल तौर पर ऐलान कर दिता गया। तो उधर इसे सीट को लैके हुण सियासत भखदी नज़र आ रही है। कैप्टन अमरिंदर सिंह के वलों नवजोत सिंह सिद्धू के उत्ते ਵੱਡੇ हमले बोले गए ने, की कुछ किया उन्होंने, इस पर भी चर्चा करांगे। तो इस प्रोग्राम के विच अज साडे नाल शामिल ने प्रोफैसर मनजीत सिंह अणखी। अणखी साहब, प्रोग्राम च स्वागत है जी। बहुत बहुत शुक्रिया जी। सब तो पहला गल करते हैं कांग्रेस पार्टी की। आप अक्सर ही गल करते हैं कि सीएम चेहरा कौन हो सकता है। जिस तरह सर्वे करवाया जा रहा है कांग्रेस पार्टी के वलों, तो 2 नाम रखे गए हैं, तो तीजा बिना चेहरे तो लड़े कांग्रेस पार्टी ऑप्शन रखी गई है। तो किसका नाम सब तो उपर चल रहा है, की लगता है, किस तरह के आसार ने? देखो चट्ठा साहब, बड़े दिनों की आपां इस मुद्दे ते आपां चर्चा जिहड़ी है वो करदे पे हो, दर्शकों नूं इहदे संबंधी आपां दसदे रहे हां। जिहड़ा राहुल गांधी जिस दिन जलंधर आए सी, तां उस दिन अपनी फेरी के दरम्यान उन्होंने 7 दिनों के विच इह गल कही सी कि 7 दिनों के अंदर अंदर जिहड़ा ऐलान वो कर दिता जाएगा। ते अज मेरा ख्याल उस रैली का 7वां दिन ही है, जां 6वां दिन, भाव की म्याद जिहड़ी है वो मुक्कण वाली है। ਤੇ जिस तरीके ਨਾਲ ਕਾਂਗਰਸ ਦੇ ਅੰਦਰੂਨੀ ਸੂਤਰ ਨੇ ਜਾਂ ਉਹਨਾਂ ਤੋਂ ਪਤਾ ਲੱਗਦਾ ਹੈ ਜਾਂ ਕੁਝ ਹੋਰ ਮੀਡੀਆ ਔਰ ਅਦਾਰਿਆਂ ਤੋਂ ਜਿਹੜੀ ਰਿਪੋਰਟ ਜਿਹੜੀ ਸਾਡੇ ਤੱਕ ਪਹੁੰਚ ਰਹੀ ਆ, ਉਹਦੇ ਅਨੁਸਾਰ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਉਹ ਨਵਜੋਤ ਸਿੱਧੂ ਦੇ ਮੁਕਾਬਲੇ ਅੱਗੇ ਚੱਲਦਾ ਪਿਆ। ਕਾਂਗਰਸ ਦੀ ਜਿਹੜੀ ਉੱਚ ਪਬਲਿਕ ਕਮੇਟੀ ਹੈ ਜਿਸ ਨੇ ਇਸ ਮੁੱਦੇ ਤੇ ਵਿਚਾਰ ਮੰਥਨ ਕੀਤਾ, ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਮੋਹਰ ਜਿਹੜੀ ਆ ਉਹ ਲਾਈ ਆ ਔਰ ਉਸ ਦੀ ਰਿਪੋਰਟ ਜਿਹੜੀ ਆ ਬਣਾ ਕੇ ਫਾਈਲ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਦੇ ਨਾਮ ਦੀ ਉਹ ਬਕਾਇਦਾ ਤੌਰ ਤੇ ਸੋਨੀਆ ਗਾਂਧੀ ਦੀ ਟੇਬਲ ਦੇ ਉੱਤੇ ਭੇਜ ਦਿੱਤੀ ਗਈ ਹੈ। ਹੁਣ ਇਹਦੇ ਪਿੱਛੇ ਕੀ ਹਕੀਕਤ ਕੀ ਹੈ ਕਿ ਕਿਉਂ ਜਿਹੜੀ ਕਾਂਗਰਸ ਹਾਈ ਕਮਾਨ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਇਹ ਦਾਅ ਖੇਡਣਾ ਚਾਹੁੰਦੇ, ਜਦੋਂ ਕਿ ਨਵਜੋਤ ਸਿੱਧੂ ਹਰ ਰੈਲੀ ਦੇ ਵਿੱਚ ਇਹ ਕਹਿੰਦਾ ਰਿਹਾ ਕਿ ਮੈਂ ਦਰਸ਼ਨੀ ਘੋੜਾ ਬਣ ਕੇ ਕੰਮ ਜਿਹੜਾ ਉਹ ਨਹੀਂ ਕਰ ਸਕਦਾ। ਤਾਂ ਕੁਦਰਤੀ ਤੌਰ ਤੇ ਕਾਂਗਰਸ ਪਾਰਟੀ ਦੇ ਵਿੱਚ ਇਹੋ ਜਿਹੀ ਜਿਹੜੀ ਖਾਨਾ ਜੰਗੀ ਆ ਉਹ ਵੀ ਆਪਣੇ ਸਿਖਰ ਤੇ ਆ। ਤਾਂ ਵੇਖਣਾ ਹੋਵੇਗਾ ਕਿ ਜਦੋਂ ਕਾਂਗਰਸ ਹਾਈ ਕਮਾਨ ਚਰਨਜੀਤ ਸਿੰਘ ਚੰਨੀ ਦਾ ਜਾਂ ਕਿਸੇ ਹੋਰ ਦਾ ਨਾਮ ਜਿਹੜਾ ਐਲਾਨਦੀ ਆ, ਤੇ ਜੇਕਰ ਨਵਜੋਤ ਸਿੱਧੂ ਦਾ ਨਾਮ ਮੁੱਖ ਮੰਤਰੀ ਦੇ ਚਿਹਰੇ ਵਜੋਂ ਨਹੀਂ ਐਲਾਨਦੀ, ਤਾਂ ਫਿਰ ਕਾਂਗਰਸ ਦੇ ਜਿਹੜੇ ਸਮੀਕਰਨ ਉਹ ਕੀ ਹੋਣਗੇ। ਤੇ ਪੰਜਾਬ ਦੀ ਰਾਜਨੀਤੀ ਇਸ ਵੇਲੇ ਜਦੋਂ ਕਿ ਚੋਣਾਂ ਦਾ ਮਾਹੌਲ ਆਪਣੇ ਸਿਖਰ ਵੱਲ ਜਾ ਰਿਹਾ, ਤਾਂ ਉਸ ਸਮੇਂ ਦੇ ਵਿੱਚ ਫਿਰ ਨਵਜੋਤ ਸਿੱਧੂ ਦਾ ਆਪਣੀ ਹੀ ਪਾਰਟੀ ਜਾਂ ਆਪਣੀ ਹੀ ਕਾਂਗਰਸ ਦੀ ਹਾਈ ਕਮਾਨ ਦੇ ਵਿਰੁੱਧ ਕਿਹੋ ਜਿਹਾ ਰੁਖ ਹੁੰਦਾ, ਕਿ ਉਹ ਕਾਂਗਰਸ ਹਾਈ ਕਮਾਨ ਦੇ ਫੈਸਲੇ ਅੱਗੇ ਨਤਮਸਤਕ ਹੋਣਗੇ, ਕਿ ਇਸ ਫੈਸਲੇ ਨੂੰ ਉਹ ਸਵੀਕਾਰ ਕਰ ਲੈਣਗੇ ਜਾਂ ਇਸ ਫੈਸਲੇ ਦੇ ਵਿਰੁੱਧ ਆਪਣੀ ਆਵਾਜ਼ ਜਿਹੜੀ ਆ ਉਠਾਉਣਗੇ। ਇਹ ਕੁਝ ਜਿਹੜੇ ਮਹੱਤਵਪੂਰਨ ਪ੍ਰਸ਼ਨ ਨੇ, ਇਹ ਪ੍ਰਸ਼ਨ ਉਸ ਸਮੇਂ ਪੈਦਾ ਹੋਣਗੇ ਜਦੋਂ ਚਰਨਜੀਤ ਸਿੰਘ ਚੰਨੀ ਦਾ ਨਾਮ ਜਦੋਂ ਸਾਹਮਣੇ ਆਵੇਗਾ। ਤਾਂ ਇਹ ਗੱਲ ਕਲੀਅਰ ਮਤਲਬ ਲੱਗ ਰਹੀ ਆ, ਕਿਉਂਕਿ ਜਿਸ ਤਰੀਕੇ ਨਾਲ ਦਲਿਤ ਵਰਗ ਨੂੰ ਭਰਮਾਉਣ ਦਾ ਯਤਨ ਹਰ ਪਾਰਟੀ ਵੱਲੋਂ ਕੀਤਾ ਜਾ ਰਿਹਾ, ਉਸੇ ਤਰੀਕੇ ਨਾਲ ਕਾਂਗਰਸ ਪਾਰਟੀ ਨੇ ਵੀ ਇਹ ਆਪਣੀ ਇੱਕ ਰਣਨੀਤੀ ਰੱਖੀ ਆ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਦਲਿਤ ਵਰਗ ਨੂੰ ਨਾਰਾਜ਼ ਜਿਹੜਾ ਉਹ ਨਹੀਂ ਕਰਨਾ। ਬਾਕੀ ਪਾਰਟੀਆਂ ਤਾਂ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਸੀ ਉਹ ਦਲਿਤ ਵਰਗ ਦੇ ਕਿਸੇ ਨੁਮਾਇੰਦੇ ਨੂੰ ਦੇਣ ਦਾ ਐਲਾਨ ਕਰ ਚੁੱਕੇ ਨੇ, ਪਰ ਕਾਂਗਰਸ ਪਾਰਟੀ ਨੇ ਦਲਿਤ ਵਰਗ ਦੇ ਹੀ ਇੱਕ ਉਮੀਦਵਾਰ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਜਿਹੜੀਆਂ ਬਾਕੀ ਪਾਰਟੀਆਂ ਦਾ ਜਿਹੜਾ ਰਸਤਾ ਜਾਂ ਕਾਟ ਆ ਉਹ ਜਿਹੜੀ ਕੱਟੀ ਆ। ਸੋ ਕਹਿਣ ਦਾ ਅਰਥ ਆ ਕਿ ਜੋ ਸੰਭਾਵਨਾਵਾਂ ਨੇ ਜਾਂ ਜੋ ਸੂਚਨਾਵਾਂ ਸਾਡੇ ਤੱਕ ਪਹੁੰਚੀਆਂ ਨੇ, ਉਹਨਾਂ ਦੇ ਅਨੁਸਾਰ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਜਿਹੜੀ ਆ ਮੁੱਖ ਮੰਤਰੀ ਦੇ ਸੰਭਾਵੀ ਚਿਹਰੇ ਉੱਤੇ ਜਿਹੜੀ ਮੋਹਰ ਆ ਉਹ ਲੱਗ ਸਕਦੀ। बिल्कुल अणखी साहब, जिस तरह सर्वे भी करवाया जा रहा है कांग्रेस पार्टी का कहना है, तो दूजे पासे जेकर आप पिछे इतिहास से नज़र मारीए तो ਜਿਹੜੇ उम्मीदवार ने वो 2 सीटां ते लड़े ने, तो मुख मंत्री के चेहरे की दावेदार मन्ने जाते सी। जिस तरह प्रकाश सिंह बादल की गल करिए, कैप्टन अमरिंदर सिंह की गल करिए, तो जिन्होंने भी 2 सीटां ते लड़ाया गया तो मुख मंत्री के दावेदारी मन्ने गए ने। तो इस तरह भी कियास वधे हुए ने भी चरणजीत सिंह चन्नी का नाम ही आ सकता है। देखो चट्टा साहब, बिल्कुल तुसीं ठीक गल कह रहे जे कि बीते दौर च ਵੱਖ-ਵੱਖ पार्टियां ਜਿਹੜੀਆਂ
ਇਹੋ ਜਿਹੇ ਕਦਾਵਰ ਨੇਤਾ ਹੁੰਦੇ ਨੇ ਉਹਨਾਂ ਨੂੰ ਦੋ ਸੀਟਾਂ ਤੋਂ ਲੜਾਉਂਦੇ ਨੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਵੀ ਲੜੇ ਤੇ ਕਿਲ੍ਹਾ ਰਾਏਪੁਰ ਤੋਂ ਵੀ, ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਵੀ ਲੜੇ ਤੇ ਲੰਬੀ ਤੋਂ ਵੀ। ਪਰ ਕੇਵਲ ਸਿਰਫ ਮਾਨ ਜਿਹੜਾ ਆਪਣੀਆਂ ਦੋਵਾਂ ਸੀਟਾਂ ਤੇ ਜਿੱਤਣ ਦਾ ਮਾਨ ਜਿਹੜਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹੈ। ਉਹ ਲੰਬੀ ਹਲਕੇ ਤੋਂ ਵੀ ਜਿੱਤੇ ਤੇ ਕਿਲ੍ਹਾ ਰਾਏਪੁਰ ਤੋਂ ਵੀ ਜਿੱਤੇ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਇੱਕ ਚੋਣ ਜਿਹੜੀ ਹਾਰ ਗਈ ਸੀ। ਹੁਣ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਤੋਂ ਤੇ ਹਲਕਾ ਭਦੌੜ ਤੋਂ ਜਦੋਂ 2 ਸੀਟਾਂ ਤੋਂ ਖੜਾ ਕੀਤਾ, ਇਹਦੇ ਪਿੱਛੇ ਕਾਂਗਰਸ ਪਾਰਟੀ ਦੀ ਰਣਨੀਤੀ ਇਹ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਹੋ ਸਕਦੀ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਕਾਟ ਜਿਹੜੀ ਹੈ, ਕਿਉਂਕਿ ਭਦੌੜ ਦਾ ਜਿਹੜਾ ਏਰੀਆ ਜਾਂ ਹਲਕਾ ਉੱਥੇ ਦਲਿਤ ਵਰਗ ਸੀਟ ਰਾਖਵੀਂ ਹੈ ਔਰ ਕਾਫੀ ਵੱਡੇ ਪੱਧਰ ਤੇ ਦਲਿਤ ਵਰਗ ਦੀ ਉੱਥੇ ਵੋਟ ਜਿਹੜੀ ਆ ਉਹ ਪ੍ਰਭਾਵਿਤ ਕਰਦੀ ਹੈ। ਹੁਣ ਉਹ ਸਾਰੇ ਪ੍ਰਸੰਗ ਦੇ ਵਿੱਚ ਕਾਂਗਰਸ ਪਾਰਟੀ ਨੇ ਕਿਹੜੀ ਰਣਨੀਤੀ ਭਗਵੰਤ ਮਾਨ ਨੂੰ ਘੇਰਨ ਦੀ ਜਾਂ ਆਮ ਆਦਮੀ ਪਾਰਟੀ ਦੀ ਵੋਟ ਕੱਟਣ ਦੀ ਰਣਨੀਤੀ ਦੇ ਤਹਿਤ ਭਦੌੜ ਤੋਂ ਚਰਨਜੀਤ ਸਿੰਘ ਚੰਨੀ ਨੂੰ ਦੂਜੀ ਟਿਕਟ ਦੇ ਕੇ ਖੜਾ ਕੀਤਾ, ਇਹ ਉਹਨਾਂ ਦੇ ਅਨੁਸਾਰ। ਪਰ ਵਿਰੋਧੀ ਪਾਰਟੀਆਂ ਇਸ ਨੂੰ ਇਸ ਤਰੀਕੇ ਨਾਲ ਲੈ ਰਹੀਆਂ ਨੇ ਕਿ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਹਾਰਦੇ ਪਏ ਨੇ, ਤਾਂ ਇਸ ਕਰਕੇ ਉਹਨਾਂ ਨੂੰ ਸੁਰੱਖਿਅਤ ਸੀਟ ਦਿੰਦੇ ਮੁੱਦੇ ਦੇ ਨਾਲ ਹੀ ਉਹਨਾਂ ਨੂੰ ਉੱਥੇ 2 ਸੀਟਾਂ ਦਾ ਐਲਾਨ ਜਿਹੜਾ ਕਰਵਾਇਆ ਗਿਆ ਹੈ। ਤਾਂ ਜੇਕਰ ਚਰਨਜੀਤ ਸਿੰਘ ਚੰਨੀ ਹੁਣਾਂ ਦਾ 111 ਦਿਨਾਂ ਦੇ ਕਾਰਜਕਾਲ ਨੂੰ ਵੇਖੀਏ, ਐਲਾਨ ਉਹਨਾਂ ਨੇ ਬਹੁਤ ਕੀਤੇ, ਬਹੁਤ ਲੋਕਾਂ ਨੂੰ ਸੁਪਨੇ ਜਿਹੜੇ ਦਿਖਾਏ, ਪਰ ਸੁਪਨਿਆਂ ਦੀ ਜਿਹੜੀ ਪੂਰਤੀ ਨਹੀਂ ਹੋ ਸਕੀ। ਤੇ ਇਹ ਸਮਝਿਆ ਜਾ ਰਿਹਾ ਕਿ ਚਮਕੌਰ ਸਾਹਿਬ ਤੋਂ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਚਮਕੌਰ ਸਾਹਿਬ ਤੋਂ ਉਹਨਾਂ ਦੀ ਜਿਹੜੀ ਸਥਿਤੀ ਕਮਜ਼ੋਰ ਹੈਗੀ ਹੈ, ਇਸੇ ਕਰਕੇ ਉਹ ਸੁਰੱਖਿਅਤ ਜ਼ੋਨ ਲੱਭਣ ਨੂੰ ਫੇਰੇ ਸੇ। ਇਹ ਵੀ ਪਿੱਛੇ ਜੇ ਕਨਸੋਵਾਂ ਚੱਲੀਆਂ ਸੀ ਕਿ ਵਾਰਪੁਰ ਤੋਂ ਵੀ ਸੀਟ ਜਿਹੜੀ ਆ ਉਹ ਲੜ ਸਕਦੇ ਆ, ਜਾਂ ਕੁਝ ਹੋਰ ਏਰੀਏ ਸੀ ਜਿੱਥੋਂ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਹੈ ਸੀਟ ਲੜਨ ਦੇ ਮੂਡ ਦੇ ਵਿੱਚ ਸੀਟ ਲੜਨ ਦੇ ਪ੍ਰਸੰਗ ਦੇ ਵਿੱਚ ਸਾਹਮਣੇ ਆਇਆ ਹੈ। ਪਰ ਅਖੀਰ ਜੇ ਕਿ ਇਹ ਜਿਹੜਾ ਗੁਣਾ ਹੈ ਭਦੌੜ ਵਿਧਾਨ ਸਭਾ ਹਲਕੇ ਤੇ ਪਿਆ ਹੈ, ਤਾਂ ਕੁਦਰਤੀ ਤੌਰ ਤੇ ਇਹਨੂੰ ਜਿਸ ਮਰਜ਼ੀ ਪ੍ਰਸੰਗ ਦੇ ਵਿੱਚ ਰੱਖ ਕੇ ਵੇਖ ਲਈਏ, ਪਰ ਜੇਕਰ ਕਾਂਗਰਸ ਪਾਰਟੀ ਇਸ ਨੂੰ ਕਿਸੇ ਹੋਰ ਰਣਨੀਤੀ ਤਹਿਤ ਦੇਖ ਰਹੀ ਆ, ਪਰ ਦੂਜੇ ਪਾਸੇ ਪੰਜਾਬ ਦੇ ਲੋਕ ਜਾਂ ਪੰਜਾਬ ਦੀਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਚਰਨਜੀਤ ਸਿੰਘ ਚੰਨੀ ਦੀ ਕਮਜ਼ੋਰ ਸਥਿਤੀ ਦੇ ਪ੍ਰਸੰਗ ਵਿੱਚ ਇਸ ਸਾਰੀ ਸਥਿਤੀ ਨੂੰ ਵੇਖਦੇ ਪਏ ਨੇ ਕਿ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਹਾਰਦੇ ਆ, ਤਾਂ ਇਸ ਲਈ ਹੀ ਉਹਨਾਂ ਨੂੰ ਭਦੌੜ ਹਲਕਾ ਜਿਹੜਾ ਦੇ ਦਿੱਤਾ ਗਿਆ। ਬਾਕੀ ਭਦੌੜ ਦੇ ਵਿੱਚ ਵੀ ਉਹਨਾਂ ਵਾਸਤੇ ਮੁਕਾਬਲਾ ਇਹਨਾਂ ਜਿਹੜਾ ਸੁਖਾਵਾਂ ਨਹੀਂ ਹੋਵੇਗਾ। ਬੜਾ ਦਿਲਚਸਪ ਚੱਠਾ ਸਾਹਿਬ ਸਥਿਤੀਆਂ ਹੁੰਦੀਆਂ ਕਿ ਮੰਨ ਲਓ ਕਾਂਗਰਸ ਪਾਰਟੀ ਨੇ 2 ਸੀਟਾਂ ਤੋਂ ਉਹਨਾਂ ਨੂੰ ਟਿਕਟ ਦਿੱਤੀ ਆ, ਉਹ ਸੋਚਦੇ ਹੋਣਗੇ ਕਿ ਚਲੋ ਦੋਵਾਂ ਤੋਂ ਜਿੱਤ ਜਾਣਗੇ। ਚਲੋ ਇਹ ਵੀ ਹੋ ਸਕਦਾ ਕਿ ਉਹ ਇੱਕ ਤੋਂ ਜਿੱਤ ਜਾਣ, ਇੱਕ ਤੋਂ ਹਾਰ ਜਾਣ, ਤੇ ਜੇ ਮੰਨ ਲਓ ਕਿ ਉਹ 2 ਸੀਟਾਂ ਤੋਂ ਹਾਰ ਜਾਣ ਚਮਕੌਰ ਸਾਹਿਬ ਤੋਂ, ਤਾਂ ਫਿਰ ਉਹ ਸਥਿਤੀ ਜਿਹੜੀ ਆ ਉਹ ਕੀ ਹੋਵੇਗੀ, ਕਾਂਗਰਸ ਪਾਰਟੀ ਵਾਸਤੇ ਨਮੋਸ਼ੀ ਦਾ ਕਾਰਨ ਨਹੀਂ ਬਣ ਸਕਦੀ ਆ। ਸੋ ਲੋਕਾਂ ਦੇ ਰੌਂ ਦੀ ਨੂੰ ਤੁਸੀਂ ਲੋਕਾਂ ਦੇ ਰੌਂ ਨੂੰ ਨਹੀਂ ਸਮਝ ਸਕਦੇ। ਜੇ ਪੱਛਮੀ ਬੰਗਾਲ ਚ ਮਮਤਾ ਬੈਨਰਜੀ ਵਰਗੀ ਇੰਨੀ ਕਦਾਵਰ ਨੇਤਾ ਆਪਣੀ ਪਾਰਟੀ ਨੂੰ ਤਾਂ ਜਿਤਾ ਗਈ ਪਰ ਆਪਣੀ ਸੀਟ ਤੋਂ ਹੀ ਹਾਰ ਗਈ, ਤਾਂ ਇਹੋ ਜਿਹੀਆਂ ਜਿਹੜੀਆਂ ਸਥਿਤੀਆਂ ਨੇ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦੀਆਂ ਨੇ। ਤੁਸੀਂ ਲੋਕਾਂ ਦੀ ਮੂਡ ਨੂੰ, ਲੋਕਾਂ ਦੀ ਨਬਜ਼ ਨੂੰ ਜੇਕਰ ਤੁਸੀਂ ਪਛਾਣਦੇ ਤਾਂ ਲੋਕ ਬੜੇ ਵੱਡੇ ਮਹਾਰਥੀਆਂ ਨੂੰ ਵੀ ਜ਼ਮੀਨ ਤੇ ਸੁੱਟ ਦਿੰਦੇ ਆ। ਲੋਕਾਂ ਨੂੰ ਲੋਕਤੰਤਰ ਦੀ ਇਹੋ ਹੀ ਇੱਕ ਖੂਬਸੂਰਤੀ ਹੈ ਕਿ ਜੇਕਰ ਜਿੰਨਾ ਵੀ ਹੰਕਾਰ ਕੋਈ ਵੀ ਵਿਅਕਤੀ ਕਰਦਾ, ਮੈਂ ਇਹ ਚੰਨੀ ਸਾਹਿਬ ਦੇ ਪ੍ਰਸੰਗ ਚ ਨਹੀਂ ਕਹਿ ਰਿਹਾ, ਮੈਂ ਜਨਰਲ ਕਰ ਰਿਹਾ ਕਿ ਲੋਕਾਂ ਦੀ ਸ਼ਕਤੀ ਦੇ ਅੱਗੇ ਜਿਹੜਾ ਮਰਜ਼ੀ ਵੱਡਾ ਨੇਤਾ ਹੋਵੇ ਉਸਦੀ ਜਿਹੜੀ ਸਾਰ ਨਹੀਂ ਜਾਂਦੀ। ਜੇ ਲੋਕ ਸਬਕ ਸਿਖਾਉਣ ਦੇ ਮੂੰਹ ਚ ਆ ਗਏ ਤਾਂ ਜ਼ਰੂਰੀ ਨਹੀਂ ਕਿ ਉਹ 2 ਸੀਟਾਂ ਤੋਂ ਹੀ ਜਿੱਤਣ, 2 ਸੀਟਾਂ ਤੋਂ ਹਾਰ ਵੀ ਸਕਦੇ ਆ। ਸਮਾਂ ਬੜਾ ਬਲਵਾਨ ਜੀ। ਬਿਲਕੁਲ, ਕਿਤੇ ਨਾ ਕਿਤੇ ਲੀਡਰ ਜਿੱਡਾ ਮਰਜ਼ੀ ਵੱਡਾ ਹੋਵੇ, ਡਰ ਦਾ ਮਾਹੌਲ ਜ਼ਰੂਰ ਹੁੰਦਾ ਹੈ ਕਿ ਲੋਕ ਕਿਸ ਨੂੰ ਫਤਵਾ ਦੇਣਗੇ। ਜਿਸ ਤਰ੍ਹਾਂ ਚੰਨੀ ਦੀ ਗੱਲ ਕੀਤੀ ਤੁਸੀਂ, ਤੇ ਕੱਲ੍ਹ ਜਦੋਂ ਉਹਨਾਂ ਨੇ ਨਾਮਜ਼ਦਗੀ ਪੱਤਰ ਭਰਿਆ ਉਸ ਤੋਂ ਬਾਅਦ ਉਹ ਕਾਫੀ ਭਾਵੁਕ ਨਜ਼ਰ ਆਏ ਤੇ ਭਾਵੁਕ ਅਪੀਲ ਕੀਤੀ ਲੋਕਾਂ ਨੂੰ ਕਿ ਤੁਸੀਂ ਉਹ ਸਭ ਕੁਝ ਪਹਿਲਾਂ ਕੀਤਾ ਤੇ ਤੁਸੀਂ ਉਹ ਹੁਣ ਕਰਨਾ ਹੈ। ਦੇਖੋ ਜੀ, ਭਾਵੁਕ ਟਿੱਪਣੀਆਂ ਚਰਨਜੀਤ ਸਿੰਘ ਚੰਨੀ ਦੇ ਸੁਭਾਅ ਦਾ ਇੱਕ ਅੰਗ ਨੇ, ਉਹ ਸਾਰੇ ਕੰਮ ਕਰ ਲੈਂਦੇ ਆ। ਜੋ ਵੀ ਕਹੋ ਉਹ ਵੀ ਲੈਂਦੇ ਹੋਣੇ। ਉਹ ਕਹਿ ਸਕਦੇ ਕਿ ਮੈਂ ਭਾਵੁਕ ਵੀ ਹੋ ਜਾਣਾ, ਕਦੀ ਕਹਿ ਜਾਂਦਾ ਮੈਂ ਸਦਾਬਾ ਬਣ ਕੇ ਆਇਆ, ਮੈਨੂੰ ਕ੍ਰਿਸ਼ਨ ਬਣਾ ਕੇ ਭੇਜ ਦੋ, ਕਦੇ ਕੁਝ ਕਹਿੰਦੇ ਕਦੇ ਕੁਝ ਕਰਦੇ ਆ। ਇਹ ਕੇਵਲ ਉਹ ਡਰਾਮੇਬਾਜ਼ੀਆਂ ਚੱਠਾ ਸਾਹਿਬ ਹੁੰਦੀਆਂ ਨੇ ਜਿਹੜੀਆਂ ਖਾਸ ਤੌਰ ਤੇ ਚੋਣਾਂ ਦੇ ਦਿਨਾਂ ਦੇ ਵਿੱਚ ਹੀ ਨੇਤਾ ਪ੍ਰਮੁੱਖ ਕਰਦੇ ਨੇ। 4.5 ਸਾਲ ਜਾਂ 5 ਸਾਲਾਂ ਦੌਰਾਨ ਕਦੇ ਇਹ ਭਾਵੁਕ ਨਹੀਂ ਹੁੰਦੇ, ਕਦੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਨਹੀਂ ਵੇਖੇ। ਲੋਕ ਜ਼ਰੂਰ ਰੋਂਦੇ ਵੇਖੇ, ਲੋਕ ਜ਼ਰੂਰ ਇਹਨਾਂ ਦੇ ਰਾਜਾਂ 'ਚ ਡਾਂਗਾ ਖਾਂਦੇ ਵੇਖੇ, ਕੁੱਟਦੇ ਵੇਖੇ, ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਆ। ਉਦੋਂ ਕਦੇ ਵੀ ਕਿਸੇ ਵੀ ਮੁੱਖ ਮੰਤਰੀ ਦੀਆਂ ਅੱਖਾਂ 'ਚ ਹੰਝੂ ਨਹੀਂ ਆਉਂਦਾ, ਅਥਰੂ ਨਹੀਂ ਆਉਂਦਾ, ਸੀ ਤੱਕ ਨਹੀਂ ਆਉਂਦੀ। ਇਹ ਕੇਵਲ ਚੋਣਾਂ ਦੇ ਦਿਨਾਂ ਦੇ ਵਿੱਚ ਹੀ ਇਹੋ ਜਿਹੇ ਡਰਾਮੇਬਾਜ਼ੀਆਂ ਕਰਦੇ ਕਿ ਲੋਕ ਇਹਨਾਂ ਦੇ ਡਰਾਮੇ ਤੋਂ ਭਲੀ ਭੰਤ ਜਾਣ। ਜੀ
ਜਿਸ ਤਰ੍ਹਾਂ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਹੈ, ਤੇ ਉਹ ਅਕਸਰ ਹੀ ਕਹਿੰਦੇ ਨੇ ਕਿ ਜੋ ਵੀ ਕੰਮ ਉਹ ਪੰਜਾਬ ਦੇ ਲਈ ਕਰਨਾ ਚਾਹੁੰਦੇ ਨੇ, ਜੋ ਏਜੰਡੇ ਨੇ, ਤਾਂ ਉਹ ਤਾਂ ਹੀ ਕਰ ਸਕਦੇ ਨੇ ਜੇਕਰ ਉਹਨਾਂ ਕੋਲ ਪਾਵਰ ਹੋਵੇ। ਤਾਂ ਪਾਵਰ ਉਹ ਕਹਿੰਦੇ ਤਾਂ ਮਿਲੇਗੀ, ਇਸ਼ਾਰਾ ਉਹਨਾਂ ਦਾ ਮੁੱਖ ਮੰਤਰੀ ਦੀ ਤਰਫ ਹੁੰਦਾ ਹੈ ਕਿ ਜੇਕਰ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ, ਮੁੱਖ ਮੰਤਰੀ ਉਹ ਬਣਦੇ ਨੇ ਤਾਂ ਕੀ ਲੱਗਦਾ ਹੈ ਕਿ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਦਾ ਚਿਹਰਾ ਲਾਣ ਦਿੱਤਾ ਜਾਂਦਾ ਹੈ, ਕਿਉਂਕਿ ਹੁਣ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਪਾਰਟੀ ਦੇ ਵੱਲੋਂ ਨਾਮਜ਼ਦਗੀ ਭਰ ਚੁੱਕੇ ਨੇ, ਤਾਂ ਉਹਨਾਂ ਦੇ ਕੋਲ ਆਪਸ਼ਨ ਕੀ ਬਚੇਗੀ ਫਿਰ? ਮੈਂ ਤਾਂ ਅੱਗੇ ਤੁਹਾਡੇ ਪ੍ਰਸ਼ਨ ਦੇ ਜਵਾਬ ਪਹਿਲਾਂ ਹੀ ਤੁਹਾਨੂੰ ਸਟਾਰਟ ਤੇ ਹੀ ਜਵਾਬ ਦਿੱਤਾ ਸੀ ਕਿ ਜੇਕਰ ਚਰਨਜੀਤ ਸਿੰਘ ਚੰਨੀ ਦਾ ਨਾਮ ਕਾਂਗਰਸ ਹਾਈ ਕਮਾਨ ਐਲਾਨ ਕਰਦੀ ਹੈ ਸੰਭਾਵੀ ਮੁੱਖ ਮੰਤਰੀ ਦੇ ਰੂਪ ਚਿਹਰੇ ਦੇ ਰੂਪ ਚ, ਤਾਂ ਕੁਦਰਤੀ ਤੌਰ ਤੇ ਨਵਜੋਤ ਸਿੰਘ ਸਿੱਧੂ ਵਾਸਤੇ ਸਥਿਤੀ ਬੜੀ ਕੁਝ ਹੋਰ ਤਰ੍ਹਾਂ ਦੀ ਜਿਹੜੀ ਹੋ ਜਾਣੀ ਆ, ਉਹ ਉਸ ਦੇ ਰੁਖ ਤੇ ਵੇਖਣਾ ਪਏਗਾ। ਕਿਉਂਕਿ ਹਰ ਰੈਲੀ ਦੇ ਵਿੱਚ ਉਹਨੇ ਇੰਨੀ ਗੱਲ ਕਹੀ, ਇਵਨ ਕਿ ਰਾਹੁਲ ਗਾਂਧੀ ਦੇ ਸਾਹਮਣੇ ਵੀ ਇਹ ਗੱਲ ਕਹੀ ਸੀ ਕਿ ਮੈਂ ਦਰਸ਼ਨੀ ਘੋੜਾ ਜਿਹੜਾ ਨਹੀਂ ਬਣ ਸਕਦਾ। ਸੋ ਜੇਕਰ ਉਹ ਐਲਾਨ ਕਰ ਦਿੰਦੇ ਨੇ ਚੰਨੀ ਸਾਹਿਬ ਦਾ ਨਾਮ ਆ ਜਾਂਦਾ ਮੁੱਖ ਮੰਤਰੀ ਦੇ ਸੰਭਾਵੀ ਮੁੱਖ ਮੰਤਰੀ ਦੇ ਰੂਪ ਚ, ਤਾਂ ਫਿਰ ਨਵਜੋਤ ਸਿੱਧੂ ਦਾ ਰੁਖ ਵੇਖਣਾ ਹੋਗਾ ਕਿ ਉਹ ਪਾਰਟੀ ਤੋਂ ਬਗਾਵਤ ਕਰਨਗੇ ਜਾਂ ਕੇਂਦਰ ਦੇ ਕਾਂਗਰਸ ਹਾਈ ਕਮਾਨ ਦੇ ਫੈਸਲੇ ਨੂੰ ਖਿੜੇ ਮੱਥੇ ਸਵੀਕਾਰ ਕਰਨਗੇ। ਇਹ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ। ਬਿਲਕੁਲ। ਮੁਹੰਮਦ ਮੁਸਤਫਾ ਦੀ ਗੱਲ ਕਰ ਲੈਂਦੇ ਹਾਂ, ਤੇ ਉਹ ਅਕਸਰ ਹੀ ਵਿਵਾਦਾਂ 'ਚ ਰਹਿੰਦੇ ਨੇ, ਤੇ ਜਿਹੜੀ ਹੁਣ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ, ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਤੱਕ ਆਖ ਦਿੱਤਾ ਹੈ, ਤੇ ਇਸ ਤੋਂ ਬਾਅਦ ਹੁਣ SGPC ਦੇ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ। ਇਹਨੂੰ ਕਿਵੇਂ ਦੇਖਦੇ ਹੋ? ਅਕਸਰ ਉਹਨਾਂ ਦੇ ਵੱਲੋਂ ਚਾਹੇ ਬਿਆਨ ਨੇ ਵਿਵਾਦਤ ਕਿਉਂ ਦਿੱਤੇ ਜਾਂਦੇ ਨੇ? ਦੇਖੋ, ਮੁਹੰਮਦ ਮੁਸਤਫਾ ਇੱਕ ਉਹ ਸ਼ਖਸੀਅਤ ਆ ਜਾਂ ਉਹ ਵਿਅਕਤੀ ਕਹਿ ਸਕਦੇ ਕਿ ਜਿਹੜਾ ਪੰਜਾਬ ਦੇ ਨਾਲ ਲੰਮੇ ਸਮੇਂ ਤੋਂ ਜੁੜਿਆ। ਜਦੋਂ ਇਹ ਪੁਲਿਸ ਅਫਸਰ ਸੀ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਬਤੌਰ SSP ਵਿਦਿਆ, ਤਾਂ ਇਹਦੇ ਉੱਤੇ ਬੇਗੁਨਾਹ ਸਿੱਖ ਨੌਜਵਾਨਾਂ ਦੇ ਇੱਕ ਝੂਠੇ ਮੁਕਾਬਲਿਆਂ ਦਾ ਜਿਹੜਾ ਦਾਗ ਆ ਉਹ ਵੀ ਇਸ ਦੇ ਦਾਮਨ ਤੇ ਲੱਗਦਾ ਬਹੁਤ ਆਵਾਜ਼ ਉੱਠੀ ਸੀ। ਉਸ ਵੇਲੇ ਸਿਮਰਜੀਤ ਸਿੰਘ ਮਾਨ ਹੋਣਾ ਨੇ ਬਕਾਇਦਾ ਜਾ ਕੇ ਇਸ ਦਾ ਉਹ ਪਰਦਾ ਜਿਹੜਾ ਫਾਸ਼ ਕੀਤਾ ਸੀ, ਜਿੱਥੇ 10 ਦੇ ਕਰੀਬ ਨੌਜਵਾਨ ਜਿਹੜੇ ਸਿੱਖ ਨੌਜਵਾਨ ਸੀ ਖਾੜਕੂ ਕਹਿ ਕੇ ਮਾਰ ਦਿੱਤਾ ਗਿਆ ਸੀ। ਖੈਰ, ਉਹ ਬੀਤੀ ਦੀਆਂ ਗੱਲਾਂ ਨੇ। ਤੇ ਮੁਹੰਮਦ ਮੁਸਤਫਾ ਖਾੜਕੂਆ ਦੇ ਦੌਰ 'ਚ ਇੱਕ ਜ਼ਾਲਮ ਪੁਲਿਸ ਅਫਸਰ ਉਸੇ ਤਰੀਕੇ ਦਾ ਜਿਵੇਂ ਮੁਹੰਮਦ ਅਜ਼ਹਰ ਆਲਮ, ਸੁਮੇਧ ਸਿੰਘ ਸੈਣੀ, ਉਸੇ ਤਰੀਕੇ ਦਾ ਇਹ ਨਾਮ ਸੀ, ਉਸੇ ਟੀਮ ਦਾ ਹੀ ਮੈਂਬਰ ਹੈ। ਖਾਸ ਤੌਰ ਤੇ KTS ਗਿੱਲ ਦਾ ਇਹ ਬਲੂ ਆਈਜ਼ ਬॉय ਸੀ। ਖੈਰ, ਉਸ ਤੋਂ ਮਗਰੋਂ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇਸਨੂੰ ਧੱਕਿਆ ਜਾਂ ਸਾਈਡਲਾਈਨ ਕੀਤਾ ਜਾਂ ਜੋ ਵੀ ਹੋਇਆ, ਉਸ ਸਮੇਂ ਦੇ ਵੇਗ ਦੇ ਵਿੱਚ ਚੱਲਦਿਆਂ ਹੁਣ ਇਹ ਨਵਜੋਤ ਸਿੱਧੂ ਦੇ ਸਲਾਹਕਾਰ ਦੇ ਰੂਪ 'ਚ ਸਾਹਮਣੇ ਆਏ ਨੇ। ਤੇ ਜਦੋਂ ਦੇ ਇਹ ਸਲਾਹਕਾਰ ਦੇ ਰੂਪ 'ਚ ਸਾਹਮਣੇ ਆਏ ਨੇ ਜਾਂ ਕਾਂਗਰਸ ਪਾਰਟੀ, ਕਿਉਂਕਿ ਇਹਨਾਂ ਦੀ ਪਤਨੀ ਜਿਹੜੀ ਆ ਰਜ਼ੀਆ ਸੁਲਤਾਨਾ ਮਲੇਰਕੋਟਲੇ ਹਲਕੇ ਤੋਂ ਨੁਮਾਇੰਦਗੀ ਕਰਦੀ ਆ, ਤਾਂ ਉਸ ਸਮੇਂ ਤੋਂ ਹੀ ਇਹਨਾਂ ਦੇ ਬਿਆਨ ਜਿਹੜੇ ਨੇ ਬੜੇ ਵਿਵਾਦਤ ਬਿਆਨ ਸਮੇਂ ਤੇ ਜਿਹੜੇ ਹੁੰਦੇ ਨੇ। ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਇਹ ਨਿੱਜੀ ਪੱਧਰ ਤੱਕ ਚਲੇ ਗਏ। ਹੁਣ ਬੀਤੇ ਦਿਨ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਹਿੰਦੂ ਧਰਮ ਦੇ ਸੰਬੰਧੀ ਇੱਕ ਜਿਹੜਾ ਬਿਆਨ ਸੀ ਉਹ ਦਿੱਤਾ। ਜਦੋਂ ਉਹ ਵਾਲਾ ਉੱਠਿਆ, ਫਿਰ ਇਹਨਾਂ ਨੇ ਕਿਹਾ ਕਿ ਨਹੀਂ, ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ। ਤੇ ਜਿਹੜਾ ਬਿਆਨ ਸੀ ਉਸ ਵਕਤ ਉਹ ਇੱਕ ਹੰਕਾਰੀ ਰਿਟਾਇਰ ਪੁਲਿਸ ਅਫਸਰ ਵਾਲਾ ਵੀ ਕਹਿ ਸਕਦੇ ਜੀ, ਜਾਂ ਬੰਦੇ ਨੂੰ ਅਸੀਂ ਕਹਿ ਸਕਦੇ ਕਿ ਕੱਟੜਤਾ ਦੀ ਜਿਹੜੀ ਸਾਰੀਆਂ ਹੱਦਾਂ ਜਿਹੜੀਆਂ ਬੰਦਾ ਪਾਰ ਕਰ ਜਾਂਦਾ, ਉਹੋ ਜਿਹੇ ਵਿਅਕਤੀ ਦਾ ਬਿਆਨ ਸੀ। ਤੇ ਸ਼ਰਮ ਹੁੰਦੀ ਹੈ ਕਿ ਇੱਕ ਬੰਦਾ IPS ਅਧਿਕਾਰੀ ਰਿਹਾ ਹੋਵੇ ਔਰ ਟੌਪ ਦਾ ਸਿਵਲ ਸਰਵਿਸਿਜ਼ ਦੇ ਵਿੱਚੋਂ ਉਹ ਪੜ੍ਹ ਕੇ ਆਇਆ ਹੋਵੇ, ਤੇ ਫਿਰ ਵੀ ਅਗਰ ਉਹ ਹਿੰਦੂ ਸਿੱਖਾਂ ਵਰਗ ਦੀ ਗੱਲ ਕਰਦਾ, ਤਾਂ ਇਹ ਸ਼ਰਮ ਵਾਲੀ ਗੱਲ ਆ। ਖੈਰ, ਉਹ ਇੱਕ ਬੀਤੇ ਦਾ ਹੈ। ਹੁਣ ਕੱਲ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਿਤਾਬ ਮਹਿਜ਼ ਦੱਸਦਾ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੁਪਰੀਮ ਕੋਰਟ ਵੱਲੋਂ ਇੱਕ ਜਿੰਦਾ ਗੁਰੂ ਦਾ ਦਰਜਾ ਜਿਹੜਾ ਉਹ ਪ੍ਰਾਪਤ ਹੈਗਾ। ਔਰ ਕਿੰਨੇ ਸਿੱਖਾਂ ਦੀਆਂ ਭਾਵਨਾਵਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਆਂ ਹੋਈਆਂ। ਹਰ ਸਿੱਖ, ਹਰ ਨਾਨਕ ਨਾਮ ਲੇਵਾ ਜਿਹੜਾ ਸਿੱਖ ਹੈ, ਜਾਂ ਕੋਈ ਵੀ ਜਿਹੜਾ ਵਿਅਕਤੀ ਜਿਸ ਦਾ ਸਿੱਖ ਧਰਮ 'ਚ ਵਿਸ਼ਵਾਸ ਹੈ ਜਾਂ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਹੈ, ਉਹ ਉਹਨਾਂ ਨੂੰ ਇੱਕ ਜ਼ਿੰਦਾ ਗੁਰੂ ਦੇ ਰੂਪ ਦੇ ਵਿੱਚ ਸਤਿਕਾਰ ਕਰਦੇ ਨੇ। ਹਰ ਆਪਣਾ ਚੰਗਾ ਮਾੜਾ ਕੰਮ ਜਿਹੜਾ ਗੁਰੂ ਸਾਹਿਬ ਤੋਂ ਫਤਵਾ ਲੈ ਕੇ, ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ, ਫਿਰ ਹੀ ਹਰ ਸਿੱਖ ਜਿਹੜਾ ਨਾਨਕ ਨਾਮ ਲੇਵਾ ਸੰਗਤ ਜਿਹੜੀ ਆ ਉਹ ਆਪਣਾ ਕਾਰਜ ਜਿਹੜਾ ਉਹ ਸ਼ੁਰੂ ਕਰਦੀ ਹੈ। ਤਾਂ ਉਹੋ ਜਿਹੇ ਦੌਰ 'ਚ ਜੇਕਰ ਮੁਹੰਮਦ ਮੁਸਤਫਾ ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦਾ ਰੂਪ ਦੇ ਦਿੰਦਾ, ਤਾਂ ਉਹਨੂੰ ਆਪਣੀ ਸਮਝ ਦੇ ਉੱਤੇ ਥੋੜਾ ਜਿਹਾ ਅੰਕੁਸ਼ ਜਿਹੜਾ ਲਾਉਣਾ ਚਾਹੀਦਾ, ਆਪਣੀ ਜ਼ੁਬਾਨ ਦੇ ਉੱਤੇ ਥੋੜੀ ਜਿਹੀ ਲਗਾਮ ਜਿਹੜੀ ਆ ਉਹ ਲਾਉਣੀ ਚਾਹੀਦੀ ਆ। ਕਿਉਂਕਿ ਠੀਕ ਆ, ਤੂੰ ਮੁਸਲਮਾਨ ਹੈਗਾ, ਤੁਹਾਡੇ ਵਾਸਤੇ ਜਿਹੜੀ ਪਵਿੱਤਰ ਜਿਹੜੀ ਕੁਰਾਨ ਹੈ, ਠੀਕ ਹੈ, ਤੁਹਾਡੇ ਵਾਸਤੇ ਉਹਦਾ ਇੱਕ ਦਰਜਾ ਹੋ ਸਕਦਾ ਜਿਹੋ ਜਿਹਾ ਮਰਜ਼ੀ ਹੋਵੇ, ਪਰ ਸਿੱਖ ਧਰਮ ਵਾਸਤੇ ਜਾਂ ਸਿੱਖ ਅਨਿਆਈਆਂ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਿਜ਼ ਇੱਕ ਕਿਤਾਬ ਨਹੀਂ, ਇੱਕ ਗ੍ਰੰਥ ਨਹੀਂ ਆ, ਉਹ ਜ਼ਿੰਦਾ ਗੁਰੂ ਹੈ। ਤਾਂ ਗੁਰੂ ਦੇ ਕਨਸੈਪਟ ਦੇ ਵਿੱਚ ਮੁਹੰਮਦ ਮੁਸਤਫਾ ਨੂੰ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਉਸਦੀ ਜਿਹੜੀ ਸਥਿਤੀ ਕੀ ਹੈ, ਤੇ ਉਸਦੇ ਬਿਆਨਾਂ ਦੇ ਨਾਲ ਇੱਕ ਵਰਗ ਤੇ ਇਹੋ ਜਿਹਾ ਜਿਹੜਾ ਪ੍ਰਭਾਵ ਜਿਹੜਾ ਉਹ ਪੈ ਸਕਦਾ ਹੈ। ਸ਼ਾਇਦ ਇਹੋ ਹੀ ਕਾਰਨ ਜਿਹੜੇ SGPC ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਦੀ ਤਰਕੀਬ ਜਿਹੜੀ ਮੁਹੰਮਦ ਮੁਸਤਫਾ ਨੂੰ ਜਿਹੜੀ ਦੇ ਦਿੱਤੀ ਗਈ ਹੈ। ਮੁਹੰਮਦ ਮੁਸਤਫਾ ਦੇ ਜਿਹੜੇ ਬੋਲ ਨੇ ਜ਼ਬਾਨ ਦੇ, ਉਹ ਹਮੇਸ਼ਾ ਹੀ ਇਹੋ ਜਿਹੇ ਸਾਹਮਣੇ ਹੁੰਦੇ ਨੇ। ਔਰ ਜ਼ਰੂਰੀ ਹੈ
ਕਿ ਉਹਨਾਂ ਨੂੰ ਆਪਣੇ ਬੋਲਾਂ ਦੇ ਨੱਥ ਪਾਉਣੀ ਚਾਹੀਦੀ ਆ, ਜ਼ਬਾਨ ਤੇ ਥੋੜੀ ਜਿਹੀ ਲਗਾਮ ਜਿਹੜੀ ਆ ਜ਼ਰੂਰ ਲਾਉਣੀ ਚਾਹੀਦੀ ਆ। ਇਹਦੇ ਨਾਲ ਭਾਵਨਾਵਾਂ ਬੜੀਆਂ ਠੰਡਕ ਹੁੰਦੀਆਂ ਨੇ ਤੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਉਹ ਖਰਾਬ ਹੋਣ ਦੇ ਅਸਾਰ ਬਣਦੇ ਨੇ। ਮੈਂ ਇੱਕ ਗੱਲ ਹੋਰ ਆਪਣੇ ਚੈਨਲ ਦੇ ਮਾਧਿਅਮ ਨਾਲ ਕਹਿੰਦਾ ਕਿ ਮਲੇਰਕੋਟਲੇ ਦੇ ਪ੍ਰਤੀ ਸਮੁੱਚੇ ਪੰਜਾਬ ਦੇ ਸਿੱਖ ਵਾਸੀਆਂ ਦਾ ਜਿਹੜਾ ਨਜ਼ਰੀਆ ਰਵੱਈਆ ਜਿਹੜਾ ਹਮੇਸ਼ਾ ਭਾਵਨਾਤਮਕ ਤੌਰ ਤੇ ਜੁੜਿਆ ਰਿਹਾ ਹੈ। 1947 ਜਾਂ ਉਸ ਤੋਂ ਬਾਅਦ ਕਦੇ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਜਾਂ ਸਿੱਖਾਂ ਦੇ ਵਿਚਕਾਰ ਕਦੇ ਵੀ ਇਹੋ ਜਿਹਾ ਕੋਈ ਵੀ ਦਵੈਸ਼ ਜਿਹੜਾ ਭਾਵਨਾ ਜਿਹੜੀ ਉਹ ਪੈਦਾ ਨਹੀਂ ਹੋਈ। ਪਰ ਜੇਕਰ ਇਹੋ ਜਿਹੇ ਲੋਕ ਇਹੋ ਜਿਹੀਆਂ ਗੱਲਾਂ ਕਰਨਗੇ ਤਾਂ ਉਸ ਦੇ ਸਿੱਟੇ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਉਹਦੇ ਉੱਤੇ ਸੱਟ ਜਿਹੜੀ ਜ਼ਰੂਰ ਵੱਜਦੀ ਆ। ਤਾਂ ਉਹਦੇ ਤੋਂ ਬਚਣ ਦੀ ਲੋੜ ਆ ਤੇ ਮੁਹੰਮਦ ਮੁਸਤਫਾ ਨੂੰ ਆਪਣੀ ਜ਼ਬਾਨ ਤੇ ਥੋੜਾ ਜਿਹਾ ਲਗਾਮ ਜਿਹੜੀ ਲਾਉਣੀ ਚਾਹੀਦੀ ਜੀ। ਬਿਲਕੁਲ, ਜਿਸ ਤਰ੍ਹਾਂ SGPC ਪ੍ਰਧਾਨ ਦੇ ਵੱਲੋਂ ਵੀ ਹੁਣ ਕਿਹਾ ਗਿਆ ਹੈ ਕਿ ਜੇਕਰ ਉਹ ਮੁਆਫੀ ਨਹੀਂ ਮੰਗਦੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੇਖਣ ਵਾਲੀ ਗੱਲ ਹੋਵੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਹੰਮਦ ਮੁਸਤਫਾ ਆਪਣੀ ਇਸ ਦਿੱਤੇ ਵਿਵਾਦਤ ਬਿਆਨ ਤੇ ਮੁਆਫੀ ਮੰਗਦੇ ਨੇ ਜਾਂ ਫਿਰ ਨਹੀਂ। ਗੱਲ ਅੰਮ੍ਰਿਤਸਰ ਸੀਟ ਦੀ ਕਰ ਲੈਂਦੇ ਆ, ਅੰਮ੍ਰਿਤਸਰ ਈਸਟ ਦੀ, ਤਾਂ ਉੱਥੇ ਵਿਕਰਮ ਮਜੀਠੀਆ ਨੇ ਅਫੀਸ਼ੀਅਲ ਤੌਰ ਤੇ ਐਲਾਨ ਕਰ ਦਿੱਤਾ ਹੈ ਹੁਣ ਕਿ ਉਹ ਇੱਕੋ ਸੀਟ ਤੇ ਚੋਣ ਲੜਨਗੇ ਤੇ ਸਿਆਸੀ ਮਾਹੌਲ ਵੀ ਉਸ ਸੀਟ ਨੂੰ ਲੈ ਕੇ ਭਖਿਆ ਹੋਇਆ ਹੈ, ਜਿੱਥੇ ਵਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦਾ ਚੈਲੰਜ ਤਾਂ ਸਵੀਕਾਰ ਕਰ ਲਿਆ ਪਰ ਉਧਰ ਕੈਪਟਨ ਅਮਰਿੰਦਰ ਸਿੰਘ ਨੇ ਚੈਲੰਜ ਤਾਂ ਸਵੀਕਾਰ ਨਹੀਂ ਕੀਤਾ, ਉਹਨਾਂ ਤੇ ਹਮਲੇ ਜ਼ਰੂਰ ਬੋਲੇ ਨੇ, ਕਹਿੰਦੇ ਉਹ ਜਿੱਤਣਗੇ ਨਹੀਂ ਚੋਣਾਂ ਨਵਜੋਤ ਸਿੰਘ ਸਿੱਧੂ। ਉੱਥੋਂ ਕਿਵੇਂ ਦੇਖਦੇ ਹੋ? ਦੇਖੋ ਜੀ, ਹੁਣ ਕੋਈ ਵੀ ਜਿੱਤੇ, ਦੇਖੋ ਜਿੱਤਣਾ ਤਾਂ ਇੱਕ ਬੰਦੇ ਨੇ ਆ, ਚਾਹੇ ਵਿਕਰਮ ਮਜੀਠੀਆ ਜਿੱਤ ਜੇ ਚਾਹੇ ਨਵਜੋਤ ਸਿੰਘ ਸਿੱਧੂ ਜਿੱਤ ਜੇ। ਹੁਣ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰੀਕੇ ਨਾਲ ਘੇਰਾ ਵੱਖ-ਵੱਖ ਪਾਰਟੀਆਂ ਪਾ ਰਹੀਆਂ ਤਾਂ ਇੱਕ ਉਹਨਾਂ ਨੇ ਤਗੜੇ ਪ੍ਰਤੀ ਮਤਲਬ ਕਹਿ ਸਕਦੇ ਇੱਕ ਵਿਰੋਧੀ ਦੇ ਰੂਪ ਦੇ ਵਿੱਚ ਵਿਕਰਮ ਮਜੀਠੀਆ ਨੂੰ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਤਾਂ ਕੁਦਰਤੀ ਤੌਰ ਤੇ ਸਾਰੀਆਂ ਪਾਰਟੀਆਂ ਦਾ ਜਿਹੜਾ ਸਮਰਥਨ ਆ ਉਹ ਵਿਕਰਮ ਮਜੀਠੀਆ ਨੂੰ ਤਾਂ ਹੁਣ ਉਹਨਾਂ ਦਾ ਖਾਤੇ ਜ਼ਰੂਰ ਹੋਏਗਾ। ਇਹੋ ਹੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਚੁੱਕੇ ਕਿ ਮੈਂ ਕਿਸੇ ਵੀ ਸੂਰਤ ਦੇ ਵਿੱਚ ਨਵਜੋਤ ਸਿੱਧੂ ਨੂੰ ਜਿੱਤਣ ਨਹੀਂ ਦੇਣਾ ਤੇ ਉਹਦੇ ਮੁਕਾਬਲੇ ਇੱਕ ਤਗੜਾ ਉਮੀਦਵਾਰ ਲਿਆਉਣਾ। ਜੋ ਕਹਿੰਦੇ ਸੀ ਉਹਨਾਂ ਨੇ ਤਗੜਾ ਉਮੀਦਵਾਰ ਵਿਕਰਮ ਮਜੀਠੀਆ ਦੇ ਰੂਪ ਚ ਲਿਆ ਕੇ ਖੜਾ ਕਰ ਦਿੱਤਾ। ਬੇਸ਼ੱਕ ਕਹਿੰਦੇ ਕਿ ਸਾਡੀ ਕੋਈ ਸਾਂਝ ਨਹੀਂ ਹੈ ਮਜੀਠੀਆ ਪਰਿਵਾਰ ਨਾਲ, ਪਰ ਮਜੀਠੀਆ ਦਾ ਆਉਣਾ ਤੇ ਕੈਪਟਨ ਅਮਰਿੰਦਰ ਦੇ ਅਜਿਹੇ ਬਿਆਨ ਜਿਹੜੇ ਉਵੇਂ ਸਾਫ਼ ਆ ਕਿ ਪਰਦੇ ਦੇ ਪਿੱਛੇ ਕੀ ਕੁਝ ਵਾਪਰਦਾ ਪਿਆ, ਉਹ ਟਾਰਗੇਟ ਕੀ ਹੈ ਕਿ ਨਵਜੋਤ ਸਿੱਧੂ ਨੂੰ ਹਰ ਸੂਰਤ ਦੇ ਵਿੱਚ ਰਾਜਨੀਤਿਕ ਤੌਰ ਤੇ ਖਤਮ ਕਰਨ ਦੀ ਪ੍ਰਵਿਰਤੀ ਜਿਹੜੀ ਆ ਇਹਨਾਂ ਦੇ ਬਣਾ ਦੇ ਸਾਹਮਣੇ ਆ ਜਾਂਦੀ ਹੈ। ਉਹ ਵੀ ਗੱਲ ਛੱਡੋ, ਕਾਂਗਰਸ ਪਾਰਟੀ ਦੇ ਆਪਣੇ ਅੰਦਰੂਨੀ ਲੋਕ ਹੀ ਨਵਜੋਤ ਸਿੱਧੂ ਨੂੰ ਟਾਰਗੇਟ ਜਿਹੜਾ ਉਹ ਕਰਦੇ ਪਏ ਆ। ਖੈਰ ਇਹ ਬਿਆਨਾਂ ਦਾ ਸਿਲਸਿਲਾ ਚਾਲੂ ਰਹੇਗਾ। ਨਵਜੋਤ ਸਿੱਧੂ ਨੇ ਫਿਰ ਇੱਕ ਉਹਦੀ ਹਮਲਾਵਰ ਰੁੱਖ ਅਪਣਾਇਆ। ਉਹਨੇ ਕਿਹਾ ਕਿ ਠੀਕ ਆ, ਚੰਗੀ ਗੱਲ ਆ ਕਿ ਜੇਕਰ ਤੂੰ ਮਜੀਠੇ ਤੋਂ ਹਟ ਕੇ ਇੱਕੋ ਹਲਕੇ ਤੇ ਸੀਟ ਲੜਿਆ, ਪਰ ਮਜ਼ਾ ਤੇ ਤਾਂ ਸੀ ਕਿ ਇਹ ਸੀਟ ਆਪਣੀ ਪਤਨੀ ਨੂੰ ਦੇਣ ਦੀ ਬਜਾਏ ਕਿਸੇ ਹੋਰ ਅਕਾਲੀ ਵਰਕਰ ਨੂੰ ਦਿੰਦਾ। ਇਹਦੇ ਸੰਬੰਧੀ ਵੀ ਅਸੀਂ ਇੱਕ ਦਿਨ ਆਪਣੇ ਸਹਿਯੋਗੀ ਚੈਨਲ ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਵਾਕਈ ਜੇ ਮਜੀਠੀਆ ਪਰਿਵਾਰ ਚੈਲੰਜ ਕਬੂਲ ਕਰਦਾ ਤਾਂ ਮਜੀਠੀਆ ਸਾਹਿਬ ਨੂੰ ਚਾਹੀਦਾ ਸੀ ਕਿ ਉਹ ਮਜੀਠੇ ਹਲਕੇ ਦੀ ਸੀਟ ਕਿਸੇ ਅਕਾਲੀ ਵਰਕਰ ਨੂੰ ਦਿੰਦੇ ਤੇ ਆਪ ਆਣ ਕੇ ਫਿਰ ਉੱਥੇ ਡਟਦੇ। ਚਲੋ ਇਸੇ ਪੱਜ ਨਾਲ ਜਿਹੜੀ ਇੱਕ ਟਿਕਟ ਹੋਰ ਜਿਹੜੀ ਆ ਮਜੀਠੀਆ ਪਰਿਵਾਰ ਨੂੰ ਚਲੀ ਗਈ ਆ। ਪਰਿਵਾਰਾਂ ਦੇ ਵਿੱਚ ਜਿਸ ਤਰ੍ਹਾਂ ਘਮਸਾਨ ਚੱਲਣ ਡਿਆ, ਹੌਲੀ ਹੌਲੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮਜੀਠੀਆ ਪਰਿਵਾਰ ਦਾ ਜਿਹੜਾ ਕਬਜ਼ਾ ਆ ਉਹ ਵੱਧਦਾ ਜਾਊਗਾ। ਹੁਣ ਕੱਲ ਨੂੰ ਜੇਕਰ ਅੰਮ੍ਰਿਤਸਰ ਪੂਰਬੀ ਸੀਟ ਤੋਂ ਵਿਕਰਮ ਮਜੀਠੀਆ ਜਿੱਤਦੇ ਨੇ ਤਾਂ ਦੂਜੇ ਪਾਸੇ ਮਜੀਠੇ ਤੋਂ ਉਹਨਾਂ ਦੀ ਪਤਨੀ ਜਿੱਤਦੀ ਤਾਂ ਦੋ ਸੀਟਾਂ ਜਿਹੜੀਆਂ ਘਰ ਦੀਆਂ ਤਾਂ ਕੁਦਰਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਪ੍ਰਭਾਵ ਵੱਧ ਜਾਏਗਾ। ਤੇ ਇਹ ਪ੍ਰਭਾਵ ਵੱਧਦਾ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਨੂੰ ਹੀ ਖਾ ਜੇ। ਸੋ ਇਹੋ ਜਿਹੇ ਜਿਹੜੇ ਅਸਾਰ ਨੇ ਉਹ ਵੀ ਬਣਦੇ ਨਜ਼ਰ ਆ ਸਕਦੇ ਨੇ। ਰਾਜਨੀਤੀ ਦੇ ਵਿੱਚ ਚੱਠਾ ਸਾਹਿਬ ਬਹੁਤ ਕੁਝ ਇਹੋ ਜਿਹਾ ਹੁੰਦਾ ਕਿ ਜਿਹੜਾ ਕਿਸੇ ਦਾ ਅਨੁਮਾਨ ਵੀ ਨਹੀਂ ਹੁੰਦਾ। ਇਹ ਕਈ ਵਾਰੀ ਕਹਿੰਦੇ ਨਾ ਕਿ ਕੁੱਬੇ ਨੂੰ ਲੱਤ ਰਾਸ ਆ ਗਈ। ਸਿੱਧੂ ਦਾ ਚੈਲੰਜ ਸਵੀਕਾਰ ਕਰਦਾ ਹੀ ਮਜੀਠੀਆ ਸਾਹਿਬ ਅੰਮ੍ਰਿਤਸਰ ਪੂਰਬੀ ਚ ਆ ਗਏ। ਮਜੀਠੇ ਹਲਕੇ ਦੀ ਜਿਹੜੀ ਟਿਕਟ ਆ ਉਹਨਾਂ ਦੀ ਪਤਨੀ ਨੂੰ ਮਿਲ ਗਈ। ਹੁਣ ਦੋਵੇਂ ਸੀਟਾਂ ਉਹ ਜਿੱਤ ਜਾਂਦੇ ਨੇ। ਕੁਦਰਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਭਾਵ ਤਾਂ ਮਜ਼ਬੂਤ ਹੁੰਦਾ ਹੀ ਆ, ਤਾਂ ਕੱਲ ਨੂੰ ਇਹ ਵੀ ਮੰਗ ਉੱਠ ਸਕਦੀ ਆ ਕਿ ਪ੍ਰਧਾਨ ਹੁਣ ਜੀਜਾ ਜੀ ਨਹੀਂ ਰਹਿਣਗੇ, ਹੁਣ ਮਜੀਠੀਆ ਸਾਹਿਬ ਰਹਿਣਗੇ। ਇਹੋ ਜਿਹੀਆਂ ਮੰਗਾਂ ਵੀ ਜਿਹੜੀਆਂ ਉਹ ਉੱਠ ਸਕਦੀਆਂ ਨੇ ਤੇ ਉੱਠਣ ਦੇ ਆਸਾਰ ਹਨ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ 2022 ਦੀਆਂ ਚੋਣਾਂ ਦੇ ਵਿੱਚ ਇੱਕ ਚੰਗਾ ਪ੍ਰਦਰਸ਼ਨ ਕਰ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਸੰਗਠਨ ਦੇ ਵਿੱਚ ਵੀ ਵੱਡੇ ਪੱਧਰ ਤੇ ਤਬਦੀਲੀਆਂ ਹੋਣ ਦੇ ਆਸਾਰ ਜਿਹੜੇ ਉਹ ਬਣਦੇ ਨਜ਼ਰ ਆ ਸਕਦੇ ਜੀ। ਬਿਲਕੁਲ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਦੋ ਦਿੱਗਜ ਲੀਡਰਾਂ ਦੇ ਵਿੱਚ ਜਿਹੜਾ ਮੁਕਾਬਲਾ ਹੋਣ ਜਾ ਰਿਹਾ ਤੇ ਦੋਵੇਂ ਲੀਡਰ ਹੀ ਇਸ ਸੀਟ ਨੂੰ ਲੈ ਕੇ ਸਿਰ ਧੜ ਦੀ ਬਾਜੀ ਲਾਉਣ ਦੇ ਲਈ ਤਿਆਰ ਨੇ। ਤੇ ਅਣਖੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਹ ਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਨੇ ਹੁਣ ਤੱਕ ਦੀਆਂ ਮੁੱਖ ਸਿਆਸੀ ਸਥਿਤੀਆਂ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਨੇ ਕਿ ਕੁਝ ਪੰਜਾਬ ਦੀ ਸਿਆਸਤ 'ਚ ਚੱਲ ਰਿਹਾ, ਕਿਸ ਤਰ੍ਹਾਂ ਦਾ ਮਾਹੌਲ ਹੈ, ਕੌਣ ਹੋਵੇਗਾ ਅਗਲਾ CM ਚਿਹਰਾ ਕਾਂਗਰਸ ਪਾਰਟੀ ਦਾ। ਤਾਂ ਤਮਾਮ ਵਿਸ਼ੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਤਾਂ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।